ਪੰਜਾਬ ਦੇ ਹਾਲਾਤ ਵੇਖੀਏ ਤਾਂ ਅੱਜ ਦੇ ਸਮੇਂ 'ਚ ਪੰਜਾਬ ਖਾਲੀ ਹੋ ਰਿਹਾ। ਪੰਜਾਬ ਦੇ ਵਿੱਚੋਂ ਧਰਾਤਰ ਜਹਾਜ਼ ਭਰ ਕੇ ਬਾਹਰ ਜਾ ਰਹੇ। ਟਰੈਵਲ ਏਜੰਟ ਆ ਜਾਂ ਇਮੀਗ੍ਰੇਸ਼ਨ ਏਜੰਟ ਆ, ਇਹਨਾਂ ਤੇ ਜਿਹੜੀ ਪੰਜਾਬ ਸਰਕਾਰ ਆ ਉਹ ਬੜੀ ਸਖਤ ਆ। ਸੀਐਮ ਭਗਵੰਤ ਮਾਨ ਨੂੰ ਚੁਣਿਆ ਗਿਆ ਲੋਕਾਂ ਦੇ ਵੱਲੋਂ। ਬੜਾ ਵਧੀਆ ਲੱਗਿਆ ਜਦੋਂ ਉਹਨਾਂ ਨੇ ਬਿਆਨ ਦਿੱਤਾ 2 ਦਿਨ ਪਹਿਲਾਂ ਕਿ ਜਿੰਨੇ ਵੀ ਟਰੈਵਲ ਏਜੰਟ ਆ ਉਹਨਾਂ ਦੀ ਚੈਕਿੰਗ ਕੀਤੀ ਜਾਊਗੀ। ਜਿਹਨੇ ਵੀ ਉਹ ਇਸ ਤਰ੍ਹਾਂ ਦੇ ਜਿਹੜੇ ਜਾਲੀ ਦਸਤਾਵੇਜ਼ ਬਣਾ ਕੇ ਉਹਨਾਂ ਨੂੰ ਇੱਥੋਂ ਜਹਾਜ਼ ਚੜਾਤਾ ਤੇ ਉਹ ਆਪਣੀ ਕਿਸਮਤ ਤੇ ਛੱਡਤਾ, ਉਹਨਾਂ ਨੂੰ ਲਾਵਾਰਿਸ ਛੱਡਤਾ, ਉਹਨਾਂ ਏਜੰਟਾਂ ਦੇ ਵਿਰੁੱਧ ਵੀ ਸਖਤ ਕਾਰਵਾਈ ਹੋਊਗੀ। ਜਿਹੜੇ ਲੋਕਾਂ ਨੂੰ ਭੇਜਿਆ ਜਾਂਦਾ ਹੈ ਬਾਹਰ ਇਹਨਾਂ ਏਜੰਟਾਂ ਦੁਆਰਾ, ਉਹਨਾਂ ਏਜੰਟਾਂ ਦੀ ਇਹ ਇਨਕੁਆਇਰੀ ਖੋਲ੍ਹੀ ਗਈ ਆ ਕਿ ਉਹਨਾਂ ਦੇ ਵਿੱਚੋਂ ਕਿੰਨੇ ਏਜੰਟ ਸਹੀ ਆ। ਬੜੇ ਲੋਕ ਠੱਗੇ ਗਏ ਆ, ਇੰਨੀਆਂ ਕਿ ਠੱਗੀਆਂ ਹੋ ਗਈਆਂ ਲੋਕਾਂ ਨਾਲ, ਘਰਾਂ ਦੇ ਘਰ ਤਬਾਹ ਹੋ ਗਏ ਆ। ਮਾਵਾਂ ਦੇ ਪੁੱਤ ਵਿਦੇਸ਼ਾਂ 'ਚ ਗਏ ਆ, ਡੌਂਕੀਆਂ ਲਾ ਕੇ ਗਏ ਆ, ਇਹਨਾਂ ਨੇ ਭੇਜੇ ਆ, ਉਹਨਾਂ ਦੇ ਪਾਸਪੋਰਟ ਡਾਕੂਮੈਂਟ ਆਪਦੇ ਕੋਲੇ ਏਜੰਟਾਂ ਨੇ ਰੱਖੇ ਹੋਏ ਆ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁਤ ਸਾਰੇ ਇਹੋ ਜਿਹੇ ਏਜੰਟ ਨੇ ਜਿਹੜੇ ਕੀ ਆ ਏਜੰਟੀ ਦੇ ਨਾਮ ਤੇ, ਏਜੰਟ ਦੇ ਨਾਮ ਤੇ ਇੱਕ ਧੱਬਾ ਨੇ, ਠੱਗੀ ਠੋਰੀ ਚਲਾਉਣਾ, ਅਗਲੇ ਨੂੰ ਬਲੈਕਮੇਲ ਕਰਨਾ, ਉਹਦੇ ਤੋਂ ਡਾਕੂਮੈਂਟ ਲਏ, ਡਾਕੂਮੈਂਟ ਰੱਖ ਕੇ ਉਸ ਤੋਂ ਬਾਅਦ ਉਹਨੂੰ ਕਹਿਣਾ ਅਸੀਂ ਤੇਰੀ ਫਾਈਲ ਲਾਉਣੇ ਆ, ਅਗਰ ਕੋਈ ਆਬਜੈਕਸ਼ਨ ਆਉਂਦੀ ਆ, ਕੋਈ ਪ੍ਰੋਬਲਮ ਆਉਂਦੀ ਆ, ਉਹਦੇ ਡਾਕੂਮੈਂਟ ਨਹੀਂ ਵਾਪਸ ਦੇਣੇ। ਜਾਂ ਫਿਰ ਬੱਚੇ ਨੂੰ ਬਾਹਰ ਭੇਜ ਕੇ, ਬਾਹਰ ਭੇਜਣ ਤੋਂ ਬਾਅਦ ਉਹਨੂੰ ਟਿਕਾਣੇ ਤੇ ਨਹੀਂ ਲਾਉਣਾ, ਉਸ ਤੋਂ ਬਾਅਦ ਪਰਿਵਾਰ ਨੂੰ ਤੰਗ ਕਰੀ ਜਾਣਾ ਕਿ ਸਾਨੂੰ ਪੈਸੇ ਦਿਓ, ਅਸੀਂ ਬੱਚਾ ਫਿਰ ਅਗਲੇ ਜਹਾਜ਼ ਚੜਾਵਾਂਗੇ। ਕੱਲ ਦੀ ਗੱਲ ਕਰੀਏ, ਕੱਲ ਪਰਸੋਂ ਜਿਹੜਾ ਆਪਣੇ ਤਰਨਤਾਰਨ ਦੇ ਵਿੱਚ 26 ਟਰੈਵਲ ਏਜੰਟ ਜਿਹੜੇ ਹੈਗੇ ਆ ਉਹਨਾਂ ਦੇ ਦਫ਼ਤਰ ਜਿਹੜੇ ਆ ਉਹ ਬੰਦ ਕੀਤੇ ਗਏ, ਸ਼ਟਰ ਲਾ ਦਿੱਤੇ ਗਏ। ਸਰਕਾਰ ਕੋਲੇ ਇਹਨਾਂ ਦਾ ਜੋ ਵੀ ਜਿੰਨੇ ਵੀ ਟਰੈਵਲ ਏਜੰਟ ਬਣੇ ਆ ਜਾਂ ਇਹਨਾਂ ਨੇ ਸਾਰਾ ਆਪਦਾ ਧੰਦਾ ਖੋਲ੍ਹਿਆ ਹੋਇਆ ਹੈ, ਉਹਨਾਂ ਕੋਲੇ ਇਹਨਾਂ ਦਾ ਡਾਟਾ ਹੈ। ਇਹਨਾਂ ਦੇ ਵਿੱਚ ਇਹੋ ਜਿਹੇ ਏਜੰਟ ਆ ਜਿਨ੍ਹਾਂ ਨੇ ਸਿਰਫ ਉਹਨਾਂ ਦਾ ਕਿਤੇ ਲੋਕੇਸ਼ਨ ਹੋਰ ਆ, ਜਿਹੜਾ ਲਾਇਸੈਂਸ ਆ ਉਹ ਕਿਸੇ ਹੋਰ ਜਗ੍ਹਾ ਦਾ, ਪਰ ਉਹ ਬੈਠੇ ਕਿਤੇ ਹੋਰ ਆ। ਬਹੁਤ ਸਾਰੇ ਇਹੋ ਜਿਹੇ ਦਫ਼ਤਰ ਹੈਗੇ ਇਹਨਾਂ ਦੇ ਬਣਾਏ ਹੋਏ ਟਰੈਵਲ ਏਜੰਟਾਂ ਦੇ, ਜਿਵੇਂ ਉਹਨਾਂ ਨੇ ਹੱਟੀਆਂ ਖੋਲ੍ਹੀਆਂ, ਜਿਵੇਂ ਉਹਨਾਂ ਨੇ ਕਰਿਆਨੇ ਦੀ ਦੁਕਾਨ ਨਹੀਂ ਹੁੰਦੀ, ਜਿੱਥੇ ਮਰਜ਼ੀ ਕਰਿਆਨੇ ਦੀ ਦੁਕਾਨ ਖੋਲ੍ਹ ਲਓ, ਟੌਫੀਆਂ ਮਿਲਦਾ ਜੀ, ਭੁਜੀਆ ਮਿਲਦਾ ਜੀ, ਇਸ ਤਰ੍ਹਾਂ ਦੁਕਾਨਾਂ ਖੋਲ੍ਹ ਲਈਆਂ। ਏਜੰਟਾਂ ਦੇ ਜਾਲੀ ਸੀ ਜਿਹੜੇ, ਜਿਨ੍ਹਾਂ ਕੋਲੇ ਕਾਗਜ਼ ਨਹੀਂ ਸੀ, ਜੇ ਉਹਨਾਂ ਦੇ ਸ਼ਟਰਾਂ ਨੂੰ ਤਾਲੇ ਮਾਰੇ ਆ ਨਾ, ਤਾਂ ਇੱਕ ਮੈਂ ਜਾਣਕਾਰੀ ਸਰਕਾਰ ਨੂੰ ਬਹੁਤ ਵੱਡੀ ਦੇਣ ਲੱਗਾ ਕਿ ਜਿਹੜੇ ਘਰਾਂ ਦੇ ਵਿੱਚ ਬਹਿ ਕੇ ਵੀਜ਼ੇ ਲਵਾ ਰਹੇ ਆ ਔਰ ਡੌਂਕੀਆਂ ਲਵਾਉਂਦੇ ਆ। ਕਹਿੰਦੇ ਆ ਵੀ ਟ੍ਰੈਂਡ ਹੁੰਦਾ, ਜਿਵੇਂ ਸੋਸ਼ਲ ਮੀਡੀਆ ਤੇ ਹਰੇਕ ਚੀਜ਼ ਦਾ ਟ੍ਰੈਂਡ ਹੁੰਦਾ ਨਾ, ਅੱਜ ਟ੍ਰੈਂਡ ਕੀ ਆ? ਟਰੈਵਲ ਏਜੰਟਾਂ ਦਾ। ਟਰੈਵਲ ਏਜੰਟਾਂ ਦਾ ਸਕੰਜਾ ਇੰਨਾ ਕੁ ਟਾਈਟ ਆ, ਸਰਕਾਰ ਲਗਾਤਾਰ ਲੈਟਰਾਂ ਵੀ ਕੱਢੀ ਜਾਂਦੀ ਆ, ਛਾਪੇ ਵੀ ਵੱਜ ਰਿਹਾ, ਸ਼ਟਰਾਂ ਨੂੰ ਤਾਲੇ ਵੀ ਲੱਗ ਰਿਹਾ। ਪਰ ਦੂਜੇ ਪਾਸੇ ਇਹ ਅੱਜ ਟ੍ਰੈਂਡਿੰਗ 'ਚ ਉਹ ਬੰਦੇ, ਲੋਕ ਜਿਨ੍ਹਾਂ ਨਾਲ ਫਰਾਡ ਹੋਏ ਆ 2-2 ਸਾਲ ਪਹਿਲਾਂ, ਸਾਲ ਪਹਿਲਾਂ, 6-6 ਮਹੀਨੇ ਪਹਿਲਾਂ, 1-1 ਮਹੀਨਾ ਪਹਿਲਾਂ, ਉਹਨਾਂ ਨੂੰ ਜਿਹੜਾ ਮੌਕਾ ਮਿਲਿਆ। ਹੁਣ ਜੇ ਕਿਸੇ ਸਕੂਲ 'ਚ ਜਾਣਾ, ਐਡਮਿਸ਼ਨ ਤਾਂ ਲੈਣੀ ਪੈਣੀ ਆ, ਐਡਮਿਸ਼ਨ ਲੈ ਕੇ ਸਕੂਲ 'ਚ ਜਾ ਕੇ ਪੜ੍ਹਨ ਜਾਓਗੇ ਨਾ। ਇਹ ਥੋੜ੍ਹੀ ਆ ਵੀ ਸਕੂਲ 'ਚ ਸਿੱਧਾ ਗਏ ਤੇ ਜੀ ਐਂਟਰੀ ਕੀਤੀ ਤੇ ਪੜ੍ਹਨਾ ਸ਼ੁਰੂ ਕਰਤਾ। ਜੇ ਲਾਇਸੈਂਸ ਉਹਨਾਂ ਕੋਲੇ ਹੋਊਗਾ, ਹੁਣ ਡਰਾਈਵਰੀ ਲਾਇਸੈਂਸ ਹੋਵੇ ਤਾਂ ਫੇਰ ਹੀ ਆਪਾਂ ਗੱਡੀ ਚਲਾ ਸਕਦੇ ਨਾ, ਬਿਨਾਂ ਡਰਾਈਵਰੀ ਦੱਬੀ ਫਿਰੋ ਜਿੰਨਾ ਟਾਈਮ ਦੱਬਣਾ। ਪਰ ਜਿੱਦਣ ਕਾਬੂ ਆ ਗਏ ਉਦੋਂ ਫਿਰ ਚਲਾਨ ਛੱਡੋ, ਉਦੋਂ ਫਿਰ ਗੱਡੀ ਬਾਉਂਡ ਹੁੰਦੀ ਆ। ਐਵੇਂ ਇਹਨਾਂ ਦੇ ਦਫ਼ਤਰ ਬਾਉਂਡ ਹੋਇਆ, ਸੀਲ ਹੋਇਆ ਦਫ਼ਤਰ, ਔਰ ਸਰਕਾਰ ਲਗਾਤਾਰ ਕਰ ਰਹੀ ਹੈ। ਸਰਕਾਰ ਮੈਂ ਕਹਿੰਦਾ ਕਿ ਪੂਰੀ ਸਖਤ ਆ ਫਿਲਹਾਲ, ਪਰ ਸਰਕਾਰ ਇੱਕ ਵਾਰ ਜ਼ਰੂਰ ਉਹਨਾਂ ਦੇ ਜਿਹੜੇ ਘਰਾਂ 'ਚ ਬਹਿ ਕੇ ਵੀ ਚਲਾ ਰਹੇ ਆ, ਉਹਨਾਂ ਨੂੰ ਵੀ ਜਿਹੜਾ ਹੈਗਾ ਲਗਾਤਾਰ ਜਿਹੜਾ ਫੜੇ। ਪੰਜਾਬ ਸਰਕਾਰ ਪੂਰੀ ਸਖਤ ਆ ਇਮੀਗ੍ਰੇਸ਼ਨ ਏਜੰਟਾਂ ਤੇ। ਲਗਾਤਾਰ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਆ। ਇਸ ਵਿਸ਼ੇ ਤੇ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਪੱਤਰਕਾਰ ਸੁਖਵਿੰਦਰ ਸਿੰਘ ਸੁੱਖ। ਆਓ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ। ਸੁਖਵਿੰਦਰ ਜੀ, ਤੁਹਾਡਾ ਸਵਾਗਤ ਹੈ। ਧੰਨਵਾਦ। ਸੁਖਵਿੰਦਰ ਜੀ, ਕਿੰਨੇ ਕੁ ਸਖਤ ਨੇ ਭਗਵੰਤ ਮਾਨ ਜੀ ਟਰੈਵਲ ਏਜੰਟਾਂ ਤੇ? ਟਰੈਵਲ ਏਜੰਟਾਂ ਤੇ, ਜਿਹੜੇ ਟਰੈਵਲ ਏਜੰਟ ਆ ਜਾਂ ਇਮੀਗ੍ਰੇਸ਼ਨ ਏਜੰਟ ਆ, ਇਹਨਾਂ ਤੇ ਜਿਹੜੀ ਪੰਜਾਬ ਸਰਕਾਰ ਆ ਉਹ ਬੜੀ ਸਖਤ ਆ। ਹੋਣਾ ਵੀ ਚਾਹੀਦਾ, ਹੱਕ ਵੀ ਬਣਦਾ। ਸੀਐਮ ਭਗਵੰਤ ਮਾਨ ਨੂੰ ਚੁਣਿਆ ਗਿਆ ਲੋਕਾਂ ਦੇ ਵੱਲੋਂ। ਬੜਾ ਵਧੀਆ ਲੱਗਿਆ ਜਦੋਂ ਉਹਨਾਂ ਨੇ ਬਿਆਨ ਦਿੱਤਾ 2 ਦਿਨ ਪਹਿਲਾਂ ਕਿ ਜਿੰਨੇ ਵੀ ਟਰੈਵਲ ਏਜੰਟ ਆ ਉਹਨਾਂ ਦੀ ਚੈਕਿੰਗ ਕੀਤੀ ਜਾਊਗੀ। ਬਕਾਇਦਾ ਜਿਹੜੀ ਆ 3/7/2023 ਨੂੰ ਇੱਕ ਚਿੱਠੀ ਪੁਲਿਸ ਨੂੰ ਕੱਢੀ ਜਾਂਦੀ ਆ, SDM ਨੂੰ ਕੱਢੀ ਜਾਂਦੀ ਆ, DC ਨੂੰ ਕੱਢੀ ਜਾਂਦੀ ਆ, ਪੂਰੇ ਜ਼ਿਲ੍ਹਿਆਂ ਦੇ ਵਿੱਚ। ਔਰ ਉਹਦੇ ਵਿੱਚ ਕੀ ਆ ਲਿਖਿਆ ਜਾਂਦਾ ਵੀ ਜਿੰਨੇ ਵੀ ਟਰੈਵਲ ਏਜੰਟ ਹੈਗੇ ਆ, ਜਿਹੜੇ ਟਿਕਟਾਂ ਦਾ ਕੰਮ ਕਰਦੇ ਆ ਜਾਂ ਹੋਰ ਨੇ, ਇਹਨਾਂ ਦੀ ਜਿਹੜੀ ਚੈਕਿੰਗ ਕੀਤੀ ਜਾਵੇ। ਜ਼ਿਆਦਾਤਰ ਕੀ ਹੁੰਦਾ, ਜਿਵੇਂ ਪੰਜਾਬ ਦੇ ਹਾਲਾਤ ਵੇਖੀਏ ਤਾਂ ਅੱਜ ਦੇ ਸਮੇਂ 'ਚ ਪੰਜਾਬ ਖਾਲੀ ਹੋ ਰਿਹਾ। ਪੰਜਾਬ ਦੇ ਵਿੱਚੋਂ ਧਰਾਤਰ ਜਹਾਜ਼ ਭਰ ਕੇ ਬਾਹਰ ਜਾ ਰਹੇ ਆ। ਉਹਨਾਂ 'ਚੋਂ ਕੁਝ ਤਾਂ ਲੋਕ ਪੜ੍ਹਾਈ ਲਈ ਜਾ ਰਹੇ ਆ, ਔਰ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਹੜੇ ਉੱਥੇ ਜਾ ਰਹੇ ਆ ਕਿ ਕਮਾਈ ਕਰਨ ਦੇ ਲਈ। ਪਰ ਕਮਾਈ ਨੂੰ ਭੇਜਣ ਲਈ ਜਿਹੜੇ ਲੋਕਾਂ ਨੂੰ ਭੇਜਿਆ ਜਾਂਦਾ ਹੈ ਬਾਹਰ ਇਹਨਾਂ ਏਜੰਟਾਂ ਦੁਆਰਾ, ਉਹਨਾਂ ਏਜੰਟਾਂ ਦੀ ਇਹ ਇਨਕੁਆਇਰੀ ਖੋਲ੍ਹੀ ਗਈ ਆ ਕਿ ਉਹਨਾਂ ਦੇ ਵਿੱਚੋਂ ਕਿੰਨੇ ਏਜੰਟ ਸਹੀ ਆ,
ਕਿੰਨੇ ਕੁ ਗਲਤ ਆ ਕਿੰਨੇ ਕੁ ਸਹੀ ਆ ਉਸ ਦੀ ਜਿਹੜੀ ਇਨਕੁਆਇਰੀ ਆ ਹੋਣੀ ਵੀ ਚਾਹੀਦੀ, ਕਿਉਂਕਿ ਬੜੇ ਲੋਕ ਠੱਗੇ ਗਏ ਆ, ਇੰਨੀਆਂ ਕੁ ਠੱਗੀਆਂ ਹੋ ਗਈਆਂ ਲੋਕਾਂ ਨਾਲ, ਘਰਾਂ ਦੇ ਘਰ ਤਬਾਹ ਹੋ ਗਏ ਆ, ਲੋਕਾਂ ਨੇ ਸੁਸਾਈਡ ਤੱਕ ਕਰ ਲਿਆ, ਮਾਵਾਂ ਦੇ ਪੁੱਤ ਵਿਦੇਸ਼ਾਂ 'ਚ ਗਏ ਆ, ਡੌਂਕੀਆਂ ਲਾ ਕੇ ਗਏ ਆ, ਇਹਨਾਂ ਨੇ ਭੇਜੇ ਆ, ਉਹਨਾਂ ਦੇ ਪਾਸਪੋਰਟ ਡਾਕੂਮੈਂਟ ਆਪਦੇ ਕੋਲੇ ਏਜੰਟਾਂ ਨੇ ਰੱਖੇ ਹੋਏ ਆ, ਇਹੋ ਜਿਹੇ ਹਾਲਾਤ ਵੀ ਬਣੇ ਆ। ਉਹ ਕਿਹੜੇ ਏਜੰਟ ਨੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁਤ ਸਾਰੇ ਇਹੋ ਜਿਹੇ ਏਜੰਟ ਨੇ ਜਿਹੜੇ ਕੀ ਆ ਏਜੰਟੀ ਦੇ ਨਾਮ ਤੇ ਏਜੰਟ ਨੇ, ਏਜੰਟ ਦੇ ਨਾਮ ਤੇ ਇੱਕ ਧੱਬਾ ਨੇ, ਜਿਹੜੇ ਕਿ ਸਿਰਫ ਔਰ ਸਿਰਫ ਉਹਨਾਂ ਦਾ ਕੰਮ ਆ ਠੱਗੀ ਠੋਰੀ ਚਲਾਉਣਾ, ਅਗਲੇ ਨੂੰ ਬਲੈਕਮੇਲ ਕਰਨਾ, ਉਹਦੇ ਤੋਂ ਡਾਕੂਮੈਂਟ ਲਏ, ਡਾਕੂਮੈਂਟ ਰੱਖ ਕੇ ਉਸ ਤੋਂ ਬਾਅਦ ਉਹਨੂੰ ਕਹਿਣਾ ਅਸੀਂ ਤੇਰੀ ਫਾਈਲ ਲਾਉਣੇ ਆ, ਅਗਰ ਕੋਈ ਆਬਜੈਕਸ਼ਨ ਆਉਂਦੀ ਆ, ਕੋਈ ਪ੍ਰੋਬਲਮ ਆਉਂਦੀ ਆ, ਉਹਦੇ ਡਾਕੂਮੈਂਟ ਨਹੀਂ ਵਾਪਸ ਦੇਣੇ, ਉਹਨੂੰ ਬਲੈਕਮੇਲ ਕਰਨਾ, ਉਸ ਤੋਂ ਬਾਅਦ ਵੀ ਪੈਸੇ ਲਈ ਜਾਣੇ, ਜਾਂ ਫਿਰ ਬੱਚੇ ਨੂੰ ਬਾਹਰ ਭੇਜਣ ਤੋਂ ਬਾਅਦ ਉਹਨੂੰ ਟਿਕਾਣੇ ਤੇ ਨਹੀਂ ਲਾਉਣਾ, ਉਸ ਤੋਂ ਬਾਅਦ ਪਰਿਵਾਰ ਨੂੰ ਤੰਗ ਕਰੀ ਜਾਣਾ ਕਿ ਸਾਨੂੰ ਪੈਸੇ ਦਿਓ, ਅਸੀਂ ਬੱਚਾ ਫਿਰ ਅਗਲੇ ਜਹਾਜ਼ ਚੜਾਵਾਂਗੇ। ਇਸ ਤਰ੍ਹਾਂ ਦੀਆਂ ਜਿਹੜੀਆਂ ਬੜੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ, ਪਰ ਪੰਜਾਬ ਸਰਕਾਰ ਦਾ ਮੈਂ ਕਹਿੰਦਾ ਬੜਾ ਵੱਡਾ ਕਦਮ ਆ ਜਿਹੜਾ ਪੰਜਾਬ ਸਰਕਾਰ ਨੇ ਚੱਕਿਆ ਹੈ, ਔਰ ਇਹ ਚੱਕਣਾ ਵੀ ਚਾਹੀਦਾ ਸੀ। ਔਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਇੱਥੇ ਦੋ ਚੀਜ਼ਾਂ ਨੇ, ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਇਸ ਵੱਲ ਜ਼ਰੂਰ ਧਿਆਨ ਦੇਵੇ। ਟਰੈਵਲ ਏਜੰਟਾਂ ਦੇ ਉੱਪਰ ਸਕੰਜਾ ਟੈਟ ਕਰਤਾ, ਬੜੀ ਵਧੀਆ ਗੱਲ ਆ। ਹੁਣ ਕੱਲ ਦੀ ਗੱਲ ਕਰੀਏ, ਕੱਲ ਪਰਸੋਂ ਜਿਹੜਾ ਆਪਣੇ ਤਰਨਤਾਰਨ ਦੇ ਵਿੱਚ 26 ਟਰੈਵਲ ਏਜੰਟ ਜਿਹੜੇ ਹੈਗੇ ਆ, ਉਹਨਾਂ ਦੇ ਦਫ਼ਤਰ ਜਿਹੜੇ ਆ ਉਹ ਬੰਦ ਕੀਤੇ ਗਏ, ਸ਼ਟਰ ਲਾ ਦਿੱਤੇ ਗਏ, ਕੁਝ ਕੁ ਬਚੇ ਆ। ਪਰ ਗੱਲ ਕਰਾਂ ਤਾਂ ਉਹ ਕਿਉਂ ਬੰਦ ਕੀਤੇ ਗਏ, ਉਹਨਾਂ ਦਾ ਇਹ ਜਾਣਕਾਰੀ ਆਈ ਆ ਮੀਡੀਆ ਦੇ ਵਿੱਚ ਕਿ ਉਹਨਾਂ ਦੇ ਕੋਲੇ ਲਾਇਸੈਂਸ ਨਹੀਂ ਸੀਗੇ, ਔਰ ਉਹਨਾਂ ਕੋਲੇ ਲਾਇਸੈਂਸ ਨਹੀਂ ਸੀ। ਹੁਣ ਲਾਇਸੈਂਸ ਤੋਂ ਬਿਨਾਂ ਅਗਰ ਕੋਈ ਕੰਮ ਕਰਦਾ ਉਹ ਤਾਂ ਗੈਰ ਕਾਨੂੰਨੀ ਹੈ ਨਾ, ਕਿਉਂਕਿ ਕਾਨੂੰਨ ਨਾਮ ਦੀ ਵੀ ਚੀਜ਼ ਕੋਈ ਇਸ ਦੁਨੀਆ ਦੇ ਵਿੱਚ ਹੈਗੀ, ਇਸ ਇੰਡੀਆ ਦੇ ਵਿੱਚ ਹੈਗੀ, ਪੰਜਾਬ ਦੇ ਵਿੱਚ ਹੈਗੀ ਹੈ। ਪਰ ਜਿਹੜੇ ਟਰੈਵਲ ਏਜੰਟ ਆ ਜਿਨ੍ਹਾਂ ਨੂੰ ਐਂ ਲੱਗਦਾ ਸੀ ਵੀ ਅਸੀਂ ਵਿਦੇਸ਼ਾਂ ਦੇ ਨਾਂ ਤੇ ਕਰੋੜਾਂ ਰੁਪਈਆ ਉਹਨਾਂ ਨੇ ਠੱਗ ਲਿਆ ਲੋਕਾਂ ਤੋਂ, ਔਰ ਲੋਕਾਂ ਤੋਂ ਕਰੋੜਾਂ ਰੁਪਈਆ ਠੱਗ ਕੇ ਆਪਣੀਆਂ ਪ੍ਰਾਪਰਟੀਆਂ ਬਣਾ ਲਈਆਂ, ਆਪਣੇ ਬਾਹਰ ਤੱਕ ਘਰ ਬਣਾ ਲਏ। ਉਹਨਾਂ ਨੂੰ ਲੱਗਿਆ ਕਿ ਭੋਲੇ ਭਾਲੇ ਲੋਕਾਂ ਨੂੰ ਠੱਗਣਾ ਬੜਾ ਵਧੀਆ ਸੌਖਾ, ਔਰ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ, ਕੁਝ ਵੀ ਨਹੀਂ ਕੀਤਾ। ਸਰਕਾਰ ਕੋਲੇ ਇਹਨਾਂ ਦਾ ਜੋ ਵੀ ਜਿੰਨੇ ਵੀ ਟਰੈਵਲ ਏਜੰਟ ਬਣੇ ਆ ਜਾਂ ਇਹਨਾਂ ਨੇ ਸਾਰਾ ਆਪਦਾ ਧੰਦਾ ਖੋਲ੍ਹਿਆ ਹੋਇਆ ਹੈ, ਉਹਨਾਂ ਕੋਲੇ ਇਹਨਾਂ ਦਾ ਡਾਟਾ ਹੈ ਕੋਈ? ਬਿਲਕੁਲ ਡਾਟਾ ਹੁੰਦਾ। ਵੇਖੋ ਡਾਟਾ ਦੋ ਤਰ੍ਹਾਂ ਦਾ ਹੁੰਦਾ। ਹੁਣ ਮੰਨ ਲਓ ਇਹਨਾਂ ਦੇ ਵਿੱਚ ਇਹੋ ਜਿਹੇ ਏਜੰਟ ਆ ਜਿਨ੍ਹਾਂ ਨੇ ਸਿਰਫ ਉਹਨਾਂ ਦਾ ਕਿਤੇ ਲੋਕੇਸ਼ਨ ਹੋਰ ਆ, ਜਿਹੜਾ ਲਾਇਸੈਂਸ ਆ ਉਹ ਕਿਸੇ ਹੋਰ ਜਗ੍ਹਾ ਦਾ, ਪਰ ਉਹ ਬੈਠੇ ਕਿਤੇ ਹੋਰ ਆ। ਜ਼ਿਆਦਾਤਰ ਕੀ ਕਰਦੇ, ਜਿਵੇਂ ਸੀਐਮ ਭਗਵੰਤ ਮਾਨ ਨੇ ਵੀ ਆਪਣੀ ਪੀਸੀ ਦੇ ਵਿੱਚ ਗੱਲ ਕੀਤੀ, ਕਹਿੰਦੇ ਵੀ ਬਹੁਤ ਸਾਰੇ ਏਜੰਟ ਹੈਗੇ ਆ ਜਿਹੜੇ ਇੱਥੋਂ ਇਹ ਧੰਦਾ ਕਰਦੇ ਆ, 2-2 300 ਲੋਕਾਂ ਦਾ ਜਿਹੜਾ ਗਰੁੱਪ ਬਣਾ ਕੇ ਉਹਨਾਂ ਨੂੰ ਬੰਬੇ ਦੇ ਵਿੱਚ, ਦਿੱਲੀ ਦੇ ਵਿੱਚ ਏਜੰਟ ਬੈਠੇ ਉਹਨਾਂ ਰਾਹੀਂ ਵਿਦੇਸ਼ ਭੇਜਦੇ ਆ। ਉਹਨਾਂ ਦੇ ਨਾਲ ਜਿਹੜਾ ਇਸ ਤਰੀਕੇ ਨਾਲ ਵੀ ਫਰਾਡ ਕੀਤਾ ਜਾਂਦਾ। ਹਾਲਾਂਕਿ ਬਹੁਤ ਸਾਰੇ ਹੈਗੇ ਆ ਜਿਨ੍ਹਾਂ ਦਾ ਸਰਕਾਰ ਕੋਲੇ ਡਾਟਾ ਹੈਗਾ, ਕਿਉਂਕਿ ਸਰਕਾਰ ਬਕਾਇਦਾ ਇਹਦਾ ਇੱਕ ਲਾਇਸੈਂਸ ਜਾਰੀ ਕਰਦੀ ਆ, ਉਹਦੀ ਪ੍ਰੋਪਰ ਫੀਸ ਹੁੰਦੀ ਆ, ਪ੍ਰੋਪਰ ਉਹਦਾ ਕਾਨੂੰਨ ਬਣਿਆ ਹੋਇਆ, ਉਸ ਕਾਨੂੰਨ ਮੁਤਾਬਕ ਇਹਨਾਂ ਦਾ ਜਿਹੜਾ ਹੈਗਾ ਆਈਲੈਟਸ ਇਮੀਗ੍ਰੇਸ਼ਨ ਦੇ ਔਰ ਇਹਨਾਂ ਦੇ ਜਿਹੜੇ ਏਜੰਟਾਂ ਦਾ ਇੱਕ ਲਾਇਸੈਂਸ ਬਣਦਾ। ਉਸ ਲਾਇਸੈਂਸ ਦੇ ਥਰੂ ਇਹ ਉਹ ਲਾਇਸੈਂਸ ਨੂੰ ਉਸ ਲੋਕੇਸ਼ਨ ਤੇ ਲਾ ਸਕਦੇ ਆ, ਉੱਥੇ ਉਹ ਕੰਮ ਕਰ ਸਕਦੇ, ਉਹਨੂੰ ਲੀਗਲ ਕਹਿੰਦੇ ਆ। ਪਰ ਜ਼ਿਆਦਾਤਰ ਗੱਲ ਕਰਾਂ ਤਾਂ ਬਹੁਤ ਸਾਰੇ ਇਹੋ ਜਿਹੇ ਦਫ਼ਤਰ ਹੈਗੇ ਇਹਨਾਂ ਦੇ ਬਣਾਏ ਹੋਏ ਟਰੈਵਲ ਏਜੰਟਾਂ ਦੇ, ਜਿਵੇਂ ਉਹਨਾਂ ਨੇ ਹੱਟੀਆਂ ਖੋਲ੍ਹੀਆਂ, ਜਿਵੇਂ ਉਹਨਾਂ ਨੇ ਕਰਿਆਨੇ ਦੀ ਦੁਕਾਨ ਨਹੀਂ ਹੁੰਦੀ, ਜਿੱਥੇ ਮਰਜ਼ੀ ਕਰਿਆਨੇ ਦੀ ਦੁਕਾਨ ਖੋਲ੍ਹ ਲਓ, ਟੌਫੀਆਂ ਮਿਲਦਾ ਜੀ, ਭੁਜੀਆ ਮਿਲਦਾ ਜੀ, ਇਸ ਤਰ੍ਹਾਂ ਦੁਕਾਨਾਂ ਖੋਲ੍ਹ ਲਈਆਂ। ਉਸ ਤਰੀਕੇ ਨਾਲ ਬਹੁਤ ਸਾਰੇ ਏਜੰਟਾਂ ਨੇ ਦੁਕਾਨਾਂ ਖੋਲ੍ਹ ਰੱਖੀਆਂ, ਉਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈਗਾ, ਕੋਈ ਕੁਝ ਨਹੀਂ, ਲਗਾਤਾਰ ਲੋਕਾਂ ਨਾਲ ਠੱਗੀ ਕਰਦੇ ਪਏ। ਇਹ ਲਗਭਗ 2001 ਤੋਂ ਲੈ ਕੇ 2 ਤੱਕ ਚੰਡੀਗੜ੍ਹ ਦੇ ਵਿੱਚ ਸੁਣਿਆ ਸੀ ਕਿ ਉੱਥੋਂ ਆਈਲੈਟਸ ਲੋਕ ਕਰਦੇ ਆ 2010 ਤੱਕ। ਉਸ ਤੋਂ ਬਾਅਦ ਆ ਗਿਆ ਲੁਧਿਆਣੇ, ਉਸ ਤੋਂ ਬਾਅਦ ਆ ਗਿਆ ਲੋਕਲ ਸ਼ਹਿਰਾਂ ਦੇ ਵਿੱਚ, ਹੁਣ ਆਮ ਪਿੰਡਾਂ ਦੇ ਵਿੱਚ ਤੇ ਘਰਾਂ ਦੇ ਵਿੱਚ ਵੀ ਸੁਣਦੇ ਹੋ। ਉਹਦੇ ਬਾਰੇ ਕੀ ਖਿਆਲ ਤੁਹਾਡਾ? ਵੇਖੋ ਜੀ, ਘਰਾਂ ਦੇ ਵਿੱਚ ਮੈਂ ਉਹੀ ਗੱਲ ਆ, ਮੇਰਾ ਦੂਜਾ ਪੁਆਇੰਟ ਸੀ। ਮੇਰਾ ਪਹਿਲਾ ਪੁਆਇੰਟ ਤਾਂ ਇਹ ਸੀ ਵੀ ਸਰਕਾਰ ਨੇ ਬੜਾ ਵਧੀਆ ਕੀਤਾ, ਪਰ ਸਰਕਾਰ ਇਸ ਚੀਜ਼ ਵੱਲ ਜ਼ਰੂਰ ਧਿਆਨ ਦੇਵੇ। ਏਜੰਟਾਂ ਦੇ ਜਾਲੀ ਸੀ ਜਿਹੜੇ, ਜਿਨ੍ਹਾਂ ਕੋਲੇ ਕਾਗਜ਼ ਨਹੀਂ ਸੀ, ਜੇ ਉਹਨਾਂ ਦੇ ਸ਼ਟਰਾਂ ਨੂੰ ਤਾਲੇ ਮਾਰੇ ਆ ਨਾ, ਤਾਂ ਇੱਕ ਮੈਂ ਜਾਣਕਾਰੀ ਸਰਕਾਰ ਨੂੰ ਬਹੁਤ ਵੱਡੀ ਦੇਣ ਲੱਗਾ ਕਿ ਜਿਹੜੇ ਘਰਾਂ ਦੇ ਵਿੱਚ ਬਹਿ ਕੇ ਵੀਜ਼ੇ ਲਵਾ ਰਹੇ ਆ ਔਰ ਡੌਂਕੀਆਂ ਲਵਾਉਂਦੇ ਆ, ਡੌਂਕੀਆਂ ਦੀ ਗੱਲ ਹਜੇ ਤੱਕ ਨਹੀਂ ਆਈ, ਸ਼ਾਇਦ ਹੋ ਸਕਦਾ ਉਹਨਾਂ ਨੂੰ ਨਾ ਪਤਾ ਹੋਵੇ, ਪਰ ਅਸੀਂ ਜੋ ਫੀਲਡ ਦੇ ਵਿੱਚ ਦੇਖਦੇ ਹਾਂ ਬਹੁਤ ਸਾਰੇ ਏਜੰਟ ਘਰਾਂ ਦੇ ਵਿੱਚ ਬਹਿ ਕੇ ਉਹਨਾਂ ਨੇ ਧੰਦੇ ਖੋਲ੍ਹੇ ਆ, ਉਹ ਡੌਂਕੀਆਂ ਲਵਾਉਂਦੇ, ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ ਉੱਥੇ ਉਹ ਸਮੁੰਦਰਾਂ ਦੇ ਵਿੱਚ ਮਰੇ ਪਏ ਮਿਲਦੇ, ਉਹਨਾਂ ਦੀਆਂ ਲਾਸ਼ਾਂ ਤੱਕ ਨਹੀਂ ਮਿਲਦੀਆਂ, ਪਤਾ ਹੀ ਨਹੀਂ ਲੱਗਦਾ ਕਈ ਸਾਲ ਡੌਂਕੀ ਲਾਉਣ ਗਿਆ, ਵਾਪਸ ਮੁੜਨਾ ਕਿ ਨਹੀਂ ਮੁੜਨਾ, ਅੱਗੇ ਪਹੁੰਚਣਾ ਕਿ ਨਹੀਂ ਪਹੁੰਚਣਾ, ਔਰ ਕਿੰਨੀ ਮੁਸ਼ਕਲ ਨਾਲ ਜਾਂਦੇ ਆ, ਉਹਨਾਂ ਤੋਂ ਲੱਖਾਂ ਰੁਪਈਆ ਲਿਆ ਜਾਂਦਾ। ਇਹ ਏਜੰਟ ਇਹੋ ਜਿਹੇ ਨੇ ਜਿਹੜੇ ਘਰਾਂ ਦੇ ਵਿੱਚ ਬਹਿ ਕੇ ਇਹੋ ਜਿਹਾ ਕਾਲਾ ਧੰਦਾ ਕਰਦੇ। ਇੱਕ ਮੈਂ ਗੱਲ ਹੋਰ ਦੱਸਦਾ, ਫਿਰੋਜ਼ਪੁਰ ਦੀ ਗੱਲ ਮੈਨੂੰ ਕੋਈ ਸੁਣਾ ਰਿਹਾ ਸੀ, ਹਾਲਾਂਕਿ ਅਸੀਂ ਇਸ ਦੀ ਘੋਖ ਕਰ ਰਹੇ ਹਾਂ, ਕੋਈ ਵਿਅਕਤੀ ਦੱਸ ਰਿਹਾ ਸੀ ਸਾਡਾ ਸੋਰਸ, ਉਹ ਕਹਿੰਦਾ ਇੱਕ ਵਿਅਕਤੀ ਦਾ ਆਈਲੈਟਸ ਇਮੀਗ੍ਰੇਸ਼ਨ ਸੈਂਟਰ ਆ ਫਿਰੋਜ਼ਪੁਰ ਦੇ ਵਿੱਚ, ਉਹਨੇ ਕਰੀਬ 300 ਵਿਅਕਤੀ ਦੀ ਫਾਈਲ ਲਾਈ, 300 ਵਿਅਕਤੀ ਦੀ ਫਾਈਲ ਲਾਈ ਔਰ 300 ਵਿਅਕਤੀ ਕੋਲੋਂ 1-1 ਲੱਖ ਰੁਪਈਆ ਲਿਆ, ਜਾਣੀ ਕਿ ਕਰੀਬ 3 ਕਰੋੜ ਰੁਪਈਆ ਉਹਨੇ ਇਕੱਠਾ ਕੀਤਾ। 3 ਕਰੋੜ ਇਕੱਠਾ ਕਰਨ ਤੋਂ ਬਾਅਦ ਸਰਕਾਰ ਦੇ ਉਧਰਲੀ ਸਰਕਾਰ ਦੇ ਕੋਈ ਰੂਲ ਬਦਲ ਗਏ, ਮੇ ਵੀ ਸ਼ਾਇਦ ਆਸਟ੍ਰੇਲੀਆ ਦੀ ਜਾਂ ਕਿਸੇ ਹੋਰ ਕੰਟਰੀ ਦੀ ਫਾਈਲਾਂ ਸੀਗੀਆਂ, ਇਕੱਠੀਆਂ ਕੀਤੀਆਂ, ਪੈਸੇ ਰੱਖੇ, ਰੂਲ ਬਦਲ ਗਏ। ਉਹ
ਪੈਸੇ ਵਾਪਸ ਦੇਣੇ ਬਣਦੇ ਸੀ ਉਹਦੇ, ਪਰ ਉਹਨੇ ਕੀ ਕੀਤਾ, ਜਿਵੇਂ ਜਿਵੇਂ ਲੋਕ ਆਏ ਆ ਕੇ ਦਫ਼ਤਰ ਦੇ ਬਾਹਰ ਰੌਲਾ ਪਾਇਆ ਉਹਨਾਂ ਨੇ। ਰੌਲਾ ਪਾਉਣ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਿਆ ਹੱਥ ਜੋੜੇ ਕਿ ਭਾਜੀ ਰੌਲਾ ਨਾ ਪਾਓ, ਲੱਖ ਕੱਢ ਕੇ ਦੇਤਾ। ਯਾਨੀ ਕਿ 3 ਕਰੋੜ ਤਾਂ ਉਹਨਾਂ ਨੇ ਇਕੱਠਾ ਕਰ ਲਿਆ ਕੁਝ ਦਿਨਾਂ 'ਚ। ਪਰ ਜਿਹੜੇ ਲੋਕ ਆ ਜ਼ਿਆਦਾਤਰ ਤਾਂ ਦਿੰਦੇ ਹੀ ਨਹੀਂ, ਜ਼ਿਆਦਾਤਰ ਤਾਂ ਡਰਾ ਲੈਂਦੇ ਅੰਦਰ ਵਾੜ ਕੇ ਵੀ ਅਸੀਂ ਤੁਹਾਡੇ ਕਾਗਜ਼ ਨਹੀਂ ਦੇਵਾਂਗੇ, ਕਿਉਂਕਿ ਕਾਗਜ਼ ਤਾਂ ਪਹਿਲਾਂ ਫੜ ਲੈਂਦੇ ਹੈ ਨਾ। ਰੀਜਨਲ ਪਾਸਪੋਰਟ, 10th ਸਰਟੀਫਿਕੇਟ, ਹੋਰ ਜਿਹੜੇ ਕਾਗਜ਼ ਆ ਸਰਟੀਫਿਕੇਟ ਸਾਰੇ ਏਜੰਟ ਜਿਹੜੇ ਆਪਦੇ ਕੋਲੇ ਰੱਖਦੇ ਆ। ਉਸ ਤੋਂ ਬਾਅਦ ਉਹਨਾਂ ਨੂੰ ਕਹਿੰਦੇ ਵੀ ਲੱਖ ਰੁਪਈਆ ਨਹੀਂ ਮਿਲਣਾ, ਇਹ ਤੁਹਾਡੀ ਫੀਸ ਸੀਗੀ ਜਿਹੜੀ ਫਾਈਲ ਦੀ ਸੀ, ਰਿਜੈਕਟ ਹੋ ਗਈ, ਫਲਾਨਾ ਹੋ ਗਿਆ, ਧਮਕਾਨਾ ਹੋ ਗਿਆ। ਇਸ ਤਰ੍ਹਾਂ ਦੀ ਵੀ ਜਿਹੜੀ ਗੱਲ ਆ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਆ, ਔਰ ਅਸੀਂ ਬਹੁਤ ਜਲਦ ਉਹ ਜਿਹੜਾ ਇਮੀਗ੍ਰੇਸ਼ਨ ਏਜੰਟ ਆ ਉਹਨੂੰ ਨੰਗਾ ਕਰਾਂਗੇ, ਔਰ ਉਸ ਦੀ ਜਿਹੜੀ ਜਾਣਕਾਰੀ ਆ ਸਾਡੇ ਸੋਰਸ ਲਗਾਤਾਰ ਲੱਗੇ ਹੋਏ ਆ, ਉਸ ਦੀ ਜਾਣਕਾਰੀ ਕੱਢਾਂਗੇ। ਇੱਕ ਨਹੀਂ, ਫਿਰੋਜ਼ਪੁਰ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਏਜੰਟ ਹੈਗੇ ਆ। ਫਿਰੋਜ਼ਪੁਰ ਛੱਡੋ, ਫਰੀਦਕੋਟ, ਫਾਜ਼ਿਲਕਾ, ਲੁਧਿਆਣਾ, ਆਸ-ਪਾਸ ਜਿਵੇਂ ਜਲੰਧਰ ਦੇ ਵਿੱਚ ਹੋਇਆ, ਆਪਾਂ ਵੇਖਿਆ ਹੀ ਆ, ਉਹਨੇ ਕਿੱਡਾ ਵੱਡਾ ਫਰਾਡ ਕੀਤਾ। ਫਰੀਦਕੋਟ ਦੇ ਵਿੱਚੋਂ ਵੀ ਇਹੋ ਜਿਹੀ ਗੱਲ ਸਾਹਮਣੇ ਆ ਰਹੀ, ਕਿਉਂਕਿ ਹੁਣ ਹਵਾ ਚੱਲ ਰਹੀ ਆ। ਕਹਿੰਦੇ ਆ ਵੀ ਟ੍ਰੈਂਡ ਹੁੰਦਾ, ਜਿਵੇਂ ਸੋਸ਼ਲ ਮੀਡੀਆ ਤੇ ਹਰੇਕ ਚੀਜ਼ ਦਾ ਟ੍ਰੈਂਡ ਹੁੰਦਾ ਨਾ। ਅੱਜ ਟ੍ਰੈਂਡ ਕੀ ਆ? ਟਰੈਵਲ ਏਜੰਟਾਂ ਦਾ। ਟਰੈਵਲ ਏਜੰਟਾਂ ਦਾ ਸਕੰਜਾ ਇੰਨਾ ਕੁ ਟਾਈਟ ਆ, ਸਰਕਾਰ ਲਗਾਤਾਰ ਲੈਟਰਾਂ ਵੀ ਕੱਢੀ ਜਾਂਦੀ ਆ, ਛਾਪੇ ਵੀ ਵੱਜ ਰਿਹਾ, ਸ਼ਟਰਾਂ ਨੂੰ ਤਾਲੇ ਵੀ ਲੱਗ ਰਿਹਾ। ਪਰ ਦੂਜੇ ਪਾਸੇ ਇਹ ਅੱਜ ਟ੍ਰੈਂਡਿੰਗ 'ਚ ਉਹ ਬੰਦੇ, ਲੋਕ ਜਿਨ੍ਹਾਂ ਨਾਲ ਫਰਾਡ ਹੋਏ ਆ 2-2 ਸਾਲ ਪਹਿਲਾਂ, ਸਾਲ ਪਹਿਲਾਂ, 6-6 ਮਹੀਨੇ ਪਹਿਲਾਂ, 1-1 ਮਹੀਨਾ ਪਹਿਲਾਂ, ਉਹਨਾਂ ਨੂੰ ਜਿਹੜਾ ਮੌਕਾ ਮਿਲਿਆ ਉਹ ਆਪਦੀ ਆਵਾਜ਼ ਹੁਣ ਰੱਖ ਸਕਦੇ ਆ। ਉਹਨਾਂ ਨੂੰ ਪਤਾ ਕਿ ਸਰਕਾਰ ਕਰੇਗੀ, ਉਹਨਾਂ ਨੂੰ ਪਤਾ ਪ੍ਰਸ਼ਾਸਨ ਉਹਨਾਂ ਦੇ ਜਿਹੜੀ ਆ ਕਾਰਵਾਈ ਕਰੇਗਾ, ਉਹਨਾਂ ਦੇ ਉੱਪਰ ਪਰਚੇ ਦਰਜ ਕਰੇਗਾ, ਉਹਨਾਂ ਨੂੰ ਜੇਲ੍ਹਾਂ 'ਚ ਸੁੱਟੇਗਾ, ਜਿਨ੍ਹਾਂ ਨੇ ਕਰੋੜਾਂ ਅਰਬਾਂ ਰੁਪਈਏ ਇਹਨਾਂ ਭੋਲੇ ਭਾਲੇ ਲੋਕਾਂ ਤੋਂ ਇਕੱਠੇ ਕੀਤੇ। ਔਰ ਮੈਂ ਸਰਕਾਰ ਨੂੰ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਜਿਹੜੇ ਘਰਾਂ ਦੇ ਵਿੱਚ ਬੈਠ ਕੇ ਜਿਹੜੇ ਏਜੰਟ ਅੱਜ ਵੀ ਘਰਾਂ ਦੇ ਵਿੱਚ, ਜਿਨ੍ਹਾਂ ਦੀ ਛਾਪੇਮਾਰੀ ਹੋਈ ਨਹੀਂ, ਉਹਨਾਂ ਦੀ ਹੋ ਗਈ ਜਿਨ੍ਹਾਂ ਦੇ ਬੋਰਡ ਲੱਗੇ ਆ। ਮੈਂ ਕਹਿੰਦਾ ਵੀ ਜਿਨ੍ਹਾਂ ਨੇ ਬੋਰਡ ਲਾਏ ਆ ਨਾ ਰੋਡ ਦੇ ਉੱਪਰ ਜਾਂ ਸ਼ਹਿਰ ਦੇ ਵਿੱਚ, ਠੀਕ ਆ, ਉਹਨਾਂ 'ਚੋਂ ਕੁਝ % ਕੰਮ ਕਰਦੇ ਹੋਣਗੇ, ਪਰ ਜਿਨ੍ਹਾਂ ਕੋਲੇ ਲਾਇਸੈਂਸ ਨਹੀਂ ਉਹਨਾਂ ਦਾ ਤਾਂ ਹੱਕ ਬਣਦਾ ਹੀ ਨਹੀਂ ਉਹ ਦਫ਼ਤਰ ਨੂੰ ਬਣਾਉਣ ਦਾ, ਨਾ ਬੋਰਡ ਲਾਉਣ ਦਾ। ਉਹ ਤਾਂ ਸਰਕਾਰ ਤਾਲੇ ਲਾਵੇ। ਪਰ ਜਿਹੜਾ ਨੰਗਾ ਚਿੱਟਾ ਹੋ ਕੇ ਰੋਡ ਤੇ ਬਹਿ ਕੇ, ਬਾਜ਼ਾਰ 'ਚ ਬਹਿ ਕੇ ਵੱਡਾ ਬੋਰਡ ਲਾ ਕੇ ਉੱਥੇ ਕੰਮ ਕਰ ਰਿਹਾ, ਕਿਤੇ ਨਾ ਕਿਤੇ ਉਹਨੂੰ ਡਰ ਹੋਏਗਾ ਵੀ ਮੈਂ ਰੋਡ ਤੇ ਬੈਠਾ, ਮੈਨੂੰ ਫੜਿਆ ਜਾ ਸਕਦਾ, ਮੇਰੇ ਤੇ ਨਜ਼ਰ ਆ, ਸਭ ਵੇਖਦੇ ਆ। ਪਰ ਜਿਹੜਾ ਘਰੇ ਬਹਿ ਕੇ ਲਾ ਰਿਹਾ, ਜਿਹੜਾ ਘਰੇ ਬਹਿ ਕੇ ਡੌਂਕੀਆਂ ਲਵਾ ਰਿਹਾ, ਕਿ ਸਰਕਾਰ ਉਹਦੇ ਤੇ ਵੀ ਸਖਤ ਹੋਏਗੀ, ਕਿ ਸਰਕਾਰ ਉਹਨਾਂ ਨੂੰ ਵੀ ਫੜ ਜਿਲ੍ਹਾਂ ਸੁੱਟੇਗੀ, ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਮਾਵਾਂ ਦੇ ਪੁੱਤ ਵਿਦੇਸ਼ ਗਏ, ਹਜੇ ਤੱਕ ਮੁੜੇ ਨਹੀਂ। ਮਾਵਾਂ ਨੂੰ ਲੱਗਦਾ ਮੁੰਡਾ ਕੰਮ ਕਰਦਾ ਹੋਊਗਾ, ਪਰ ਇਹ ਨਹੀਂ ਪਤਾ ਵੀ ਉੱਥੇ ਕੋਈ ਜੇਲ੍ਹ 'ਚ ਪਿਆ, ਕੋਈ ਸਮੁੰਦਰ 'ਚ ਮਰਿਆ ਪਿਆ, ਕੋਈ ਕਿੱਥੇ ਮਰਿਆ ਪਿਆ। ਇਹੋ ਜਿਹੇ ਪਰਿਵਾਰਾਂ ਦੇ ਜਿਹੜੇ ਪਰਿਵਾਰ ਖਤਮ ਕਰਤੇ ਨਾ ਏਜੰਟਾਂ ਨੇ। ਔਰ ਪੰਜਾਬ ਸਰਕਾਰ, ਮੈਂ ਕਹਿੰਦਾ, ਮੈਂ ਸ਼ਲਾਘਾ ਕਰਦਾ ਇਸ ਗੱਲ ਦੀ। ਵੇਖੋ, ਜਿਹੜੀ ਗੱਲ ਸਹੀ ਹੁੰਦੀ ਆ ਉਹ ਕਰਨੀ ਬਣਦੀ ਆ, ਜਿੱਥੇ ਗਲਤ ਆ ਉਹ ਹੀ ਕਰਾਂਗੇ। ਪਰ ਪੰਜਾਬ ਸਰਕਾਰ ਨੇ ਬੜਾ ਵਧੀਆ ਕੰਮ ਕੀਤਾ ਕਿ ਇਹਨਾਂ ਟਰੈਵਲ ਏਜੰਟਾਂ ਤੇ ਸਕੰਜਾ, ਕਿਉਂਕਿ ਇਹਨਾਂ ਦੇ ਹੌਸਲੇ ਇੰਨੇ ਕੁ ਬੁਲੰਦ ਸੀ, ਇਹ ਤਾਂ ਮਾੜਾ ਹੀ ਇੰਨਾ ਬੋਲਦੇ। ਵੇਖੋ, ਜਿਨ੍ਹਾਂ ਕੋਲ ਲਾਇਸੈਂਸ ਆ ਉਹਨਾਂ ਦੀਆਂ ਫੀਸਾਂ ਵੀ ਲਿਮਟਡ ਨੇ, ਪੈਸਾ ਵੀ ਲਿਮਟਡ ਲੈਂਦੇ ਆ, ਬਾਈ ਅਕਾਊਂਟ ਪੈਸਾ ਲੈਂਦੇ। ਇਹਨਾਂ ਨੇ ਤਾਂ ਇੰਨਾ ਕੁ ਠੱਗ ਠੋਰਾ ਚਲਾਇਆ, ਜਿਨ੍ਹਾਂ ਕੋਲੇ ਲਾਇਸੈਂਸ ਨਹੀਂ ਗਏ, ਕੁਛ ਵੀ ਨਹੀਂ, ਕਿ ਲੋਕਾਂ ਨੂੰ ਉਵੇਂ ਲੁੱਟੀ ਜਾਂਦੇ ਆ। ਕਿੰਨਾ ਕੁ ਪੈਸਾ ਇਹ ਟਰੈਵਲ ਏਜੰਟ ਵਾਲੇ ਜਿਹੜੇ ਆ, ਕਿੰਨਾ ਕੁ ਪੈਸਾ ਪੰਜਾਬ ਦੇ ਵਿੱਚੋਂ ਇੱਕ ਘਰ ਤੋਂ ਕਿੰਨਾ ਕੁ ਲੈ ਜਾਂਦੇ? ਵੇਖੋ ਜੀ, ਇਹਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਆ, ਪਰ ਮੈਂ ਗੱਲ ਕਰਾਂ ਤਾਂ ਮੈਂ ਕਹਿੰਦਾ ਵੀ ਜਿਹੜਾ ਪੰਜਾਬ ਦਾ ਪੈਸਾ ਛੱਡੋ, ਪੈਸੇ ਤੋਂ ਪਹਿਲਾਂ ਜਵਾਨੀ ਜ਼ਰੂਰੀ ਆ ਪੰਜਾਬ ਦੀ ਜਵਾਨੀ। ਮੈਂ ਕਹਿੰਦਾ ਵੀ ਅੱਜ ਜੇ ਤੁਸੀਂ ਪਾਸਪੋਰਟ ਦਫ਼ਤਰ ਦੇ ਵਿੱਚ ਜਾ ਕੇ ਉਹਦੀ ਅਪੁਆਇੰਟਮੈਂਟ ਚੱਕਣੀ ਆ ਤਾਂ ਘੱਟੋ ਘੱਟ 7-8 ਮਹੀਨੇ ਵੇਟਿੰਗ ਆ। 7-8 ਮਹੀਨਿਆਂ ਦਾ ਮਤਲਬ ਇੱਕ ਦਿਨ ਦੇ ਵਿੱਚ ਮੇਰੇ ਹਿਸਾਬ ਨਾਲ ਜ਼ਿਆਦਾ ਨਹੀਂ, ਕੋਈ 500-700 ਪਾਸਪੋਰਟ ਇੱਕ ਜ਼ਿਲ੍ਹੇ 'ਚ, ਜਾਣੀ ਕਿ ਅੰਮ੍ਰਿਤਸਰ ਦੀ ਗੱਲ ਕਰਾਂ ਤਾਂ ਅੰਮ੍ਰਿਤਸਰ ਦੇ ਵਿੱਚ 700-800 ਪਾਸਪੋਰਟ ਦੀ ਫੋਟੋ ਹੁੰਦੀ ਹੈ ਇੱਕ ਦਿਨ ਦੇ ਵਿੱਚ, ਘੱਟੋ ਘੱਟ। ਜਿਹੜਾ ਮੇਰਾ ਅੰਦਾਜ਼ਾ, ਜੋ ਮੈਂ ਉੱਥੇ ਭੀੜ ਨੂੰ ਵੇਖ ਕੇ ਅੰਦਾਜ਼ਾ ਲਾਉਣਾ, 5-6 ਘੰਟੇ ਉੱਥੇ ਖੜੇ ਰਹੀਏ, ਤੁਹਾਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜੂ। ਔਰ ਉਸ ਦੀ ਵੇਟਿੰਗ 7 ਮਹੀਨੇ। ਜੇ ਇੱਕ ਦਿਨ ਦੇ ਵਿੱਚ 600-700 ਹੋ ਰਿਹਾ ਤਾਂ ਮਹੀਨੇ ਦੀ ਕੈਲਕੂਲੇਸ਼ਨ ਮਾਰੋ, ਮਹੀਨੇ ਤੋਂ ਬਾਅਦ 7-8 ਮਹੀਨਿਆਂ ਦੀ ਕੈਲਕੂਲੇਸ਼ਨ ਮਾਰੋ। ਹਜ਼ਾਰਾਂ ਸਟੂਡੈਂਟ ਗਏ ਯਾਰ, ਖਾਲੀ ਹੋ ਗਿਆ। ਜੇ ਸਟੂਡੈਂਟ ਜਾਂਦਾ, ਇੱਕ ਸਟੂਡੈਂਟ 15-20 ਲੱਖ ਰੁਪਈਆ ਲੈ ਕੇ ਉੱਥੇ ਪਹੁੰਚਦਾ, ਪੈਸਾ ਵੀ ਤਾਂ ਗਿਆ ਆਪਣਾ, ਪੈਸਾ ਤਾਂ ਪੰਜਾਬ ਦਾ ਹੀ ਗਿਆ, ਔਰ ਬੱਚਾ ਵੀ ਪੰਜਾਬ ਦਾ ਗਿਆ, ਕਰੀਮ ਵੀ ਪੰਜਾਬ ਦੀ ਗਈ, ਸਾਰਾ ਕੁਝ ਪੰਜਾਬ ਦਾ ਗਿਆ। ਮੈਂ ਕਹਿੰਦਾ ਠੀਕ ਆ, ਭਗਵੰਤ ਮਾਨ ਨੇ ਵੀ ਇਹ ਗੱਲ ਕਹੀ ਆ, ਅਗਰ ਕੋਈ ਕਮਾਉਣ ਜਾਣਾ ਚਾਹੁੰਦਾ ਜਾਂ ਪੜ੍ਹਨ ਜਾਣਾ ਚਾਹੁੰਦਾ, ਠੀਕ ਹੈ, ਉਹ ਇੱਕ ਵਿਸ਼ਾ ਅਲੱਗ ਆ ਕਿ ਪੜ੍ਹ ਕੇ ਉੱਥੇ ਕੰਮ ਕਰਨਾ, ਇੱਥੇ ਆਉਣਾ। ਪਰ ਮੇਨ ਜਿਹੜੇ ਲੋਕਾਂ ਨੂੰ ਉੱਥੇ ਪੈਸਾ ਕਮਾਉਣ ਦੇ ਲਈ ਭੇਜਿਆ ਜਾਂਦਾ ਏਜੰਟਾਂ ਦੇ ਦੁਆਰਾ, ਇਮੀਗ੍ਰੇਸ਼ਨ ਏਜੰਟਾਂ ਦੇ ਦੁਆਰਾ, ਟਰੈਵਲ ਏਜੰਟਾਂ ਦੇ ਦੁਆਰਾ, ਉਹ ਏਜੰਟਾਂ ਦੇ ਉੱਪਰ ਜਿਹੜਾ ਸਕੰਜਾ ਉਹ ਟੈਟ ਕਰਨਾ ਚਾਹੀਦਾ ਸਰਕਾਰ ਨੂੰ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਜ਼ਰੂਰ ਕਰਨਾ ਚਾਹੀਦਾ ਸਰਕਾਰ ਨੂੰ। ਮੈਂ ਕਹਿੰਦਾ ਇੱਕ ਛਾਨਣੀ ਲਾ ਦੇਣੀ ਚਾਹੀਦੀ ਆ, ਸਾਰੇ ਵਿੱਚ ਦੀ ਪੁਣ ਲੈਣੇ ਚਾਹੀਦੀ ਆ ਕਿ ਇਹਨਾਂ 'ਚੋਂ ਕਿੰਨੇ ਦੁੱਧ ਧੋਤੇ ਆ ਔਰ ਕਿੰਨੇ ਨਹੀਂ ਹੈਗੇ, ਔਰ ਕਿੰਨਿਆਂ ਨੇ ਠੱਗੀਆਂ ਮਾਰੀਆਂ। ਇਹਨਾਂ ਸਾਰਿਆਂ ਦੀ ਜਾਂਚ ਇਸ ਤੋਂ ਲਹਿਦਾ ਵੀ ਕਿਸੇ ਹੋਰ ਢੰਗ ਨਾਲ ਵੀ ਹੋਣੀ ਚਾਹੀਦੀ ਆ, ਸੀਕ੍ਰੇਟ ਤਰੀਕੇ ਨਾਲ ਵੀ ਹੋਣੀ ਚਾਹੀਦੀ ਆ। ਛਾਪੇ ਮਾਰ ਕੇ ਇਹਨਾਂ ਨੂੰ ਬੰਦ ਵੀ ਜਿਹੜਾ ਉਹ ਕਰਨਾ ਚਾਹੀਦਾ। ਸਰਕਾਰ ਨੂੰ ਇਹ ਨਹੀਂ ਚਾਹੀਦਾ ਕਿ ਜਿੰਨੇ ਵੀ ਟਰੈਵਲ ਏਜੰਟ ਹੈ ਜਾਂ ਜੋ ਵੀ ਇਹ ਕੰਮ ਕਰਦੇ ਆ ਉਹ ਸਰਕਾਰੀ ਅਦਾਰੇ ਦੇ ਵਿੱਚ ਵੀ ਹੋਣ? ਬਿਲਕੁਲ ਹੈਗੇ ਆ ਸਰਕਾਰੀ ਦਾਇਰੇ ਦੇ ਵਿੱਚ ਕੰਡੀਸ਼ਨਾਂ ਨੇ। ਮੈਂ ਜਿਵੇਂ ਪਹਿਲਾਂ ਕਿਹਾ, ਸਰਕਾਰ ਦੀਆਂ ਕੁਝ ਹਦਾਇਤਾਂ ਨੇ, ਉਹਨਾਂ ਹਦਾਇਤਾਂ ਦੇ ਮੁਤਾਬਕ ਇੱਕ ਲਾਇਸੈਂਸ ਇਸ਼ੂ ਹੁੰਦਾ ਇਹਨਾਂ ਨੂੰ। ਉਸ ਲਾਇਸੈਂਸ ਦੇ ਬਾਅਦ
ਤੁਸੀਂ ਆਪਣੀ ਲੋਕੇਸ਼ਨ ਦੇਖ ਕੇ ਉਹਦਾ ਲਾਇਸੈਂਸ ਬਣੂਗਾ, ਪ੍ਰੋਪਰ ਉਹਦਾ ਪ੍ਰੋਪੋਗੰਡਾ ਹੈਗਾ ਸਰਕਾਰ ਦਾ ਕਾਨੂੰਨ ਮੁਤਾਬਕ, ਉਹਦਾ ਕੀ ਆ ਤੁਸੀਂ ਲੈ ਸਕਦੇ ਹੋ ਲਾਇਸੈਂਸ, ਲੀਗਲ ਕੰਮ ਕਰ ਸਕਦੇ ਹੋ। ਪਰ ਇਲੀਗਲ ਜ਼ਿਆਦਾ ਨੇ। ਜੇ ਮੈਂ ਕਹਿੰਦਾ 100 ਖੁੱਲਿਆ ਹੋਇਆ ਨਾ ਤਾਂ ਅੰਦਾਜ਼ਾ ਮੇਰੇ ਅੰਦਾਜ਼ੇ ਮੁਤਾਬਕ 100 ਮਗਰ ਮੈਂ ਕਹਿੰਦਾ ਕੋਈ 20 25 30 ਦੇ ਕੋਲੇ ਲਾਇਸੈਂਸ ਹੋਊਗਾ, ਬਾਕੀ 60 70 ਜਿਹੜੇ ਆ ਉਹ ਫੇਕ ਆ। ਜਿਹੜੀ ਸਰਕਾਰ ਦੀ ਚਿੱਠੀ ਕੱਢੀ ਆ, ਮੈਂ ਉਹਦੇ 'ਚ ਇੱਕ ਚਾਨਣਾ ਪਾਉਣਾ ਚਾਹੁੰਦਾ। ਜਿਹੜੀ ਸਰਕਾਰ ਨੇ ਹਦਾਇਤ ਦਿੱਤੀ ਆ ਉਹਦੀ ਸਾਫ਼ ਲਿਖਤਾ, ਸਰਕਾਰ ਨੇ ਸਾਫ਼ ਲਿਖਤਾ ਕਿ ਜਿਹੜੇ ਲਾਇਸੈਂਸ ਦੀ ਮਿਆਦ ਉਹ ਚੈੱਕ ਕੀਤੀ ਜਾਵੇ। ਜਿਹੜੀ ਹੁਣ ਚੈੱਕ ਕਰਨਗੇ ਐਸਡੀਐਮ ਸਾਹਿਬ ਜਾਣਗੇ, ਉਹਨਾਂ ਦੇ ਨਾਲ ਪੁਲਿਸ ਦੀ ਇੱਕ ਟੀਮ ਜਾਊਗੀ ਔਰ ਉੱਥੇ ਲਾਇਸੈਂਸ ਦੀ ਜਿਹੜੀ ਮਿਆਦ ਆ ਉਹ ਚੈੱਕ ਕੀਤੀ ਜਾਵੇ। ਬੜੇ ਇਹੋ ਜਿਹੇ ਏਜੰਟ ਹੈਗੇ ਜਿਨ੍ਹਾਂ ਦੇ ਜਿਹੜੇ ਲਾਇਸੈਂਸ ਉਹਨੇ ਡੇਟ ਲੰਘ ਗਈ, ਪਤਾ ਹੀ ਨਹੀਂ, ਇੱਕ ਵਾਰੀ ਬਣਾ ਲਿਆ, ਉਹਦੀ ਸ਼ਾਇਦ ਡੇਟ ਮੇਰੇ ਹਿਸਾਬ ਨਾਲ 5 ਸਾਲ ਦੀ ਹੁੰਦੀ ਹੈ, ਸ਼ਾਇਦ ਕੋਈ 2 ਸਾਲ ਦੀ ਹੋਏਗੀ, ਮੈਨੂੰ ਐਗਜ਼ੈਕਟ ਯਾਦ ਨਹੀਂ। ਪਰ ਉਸ ਤੋਂ ਬਾਅਦ ਉਹਨਾਂ ਨੇ ਨਿਊ ਨਹੀਂ ਕਰਾਇਆ, ਨਿਊ ਹੁੰਦਾ। ਉਸ ਤੋਂ ਬਾਅਦ ਲਾਇਸੈਂਸ ਧਾਰਕ ਜਿਹੜੇ ਹੈਗੇ ਉਹ ਖੁਦ ਦਫ਼ਤਰ ਚਲਾ ਰਿਹਾ ਜਾਂ ਕਿਸੇ ਹੋਰ ਰਾਹੀਂ ਚਲਾ ਰਿਹਾ, ਬੜਾ ਵੱਡਾ ਸਵਾਲ ਆ। ਉਹ ਖੁਦ ਚਲਾ ਰਿਹਾ ਜਾਂ ਕਿਸੇ ਹੋਰ ਰਾਹੀਂ। ਜ਼ਿਆਦਾਤਰ ਕੀ ਕਰਦੇ ਆ, ਏਜੰਟ ਕਿਸੇ ਦਾ, ਲਾਇਸੈਂਸ ਕਿਸੇ ਦਾ ਹੁੰਦਾ, ਬੈਠਾ ਕੋਈ ਹੁੰਦਾ, ਜਗ੍ਹਾ ਕੋਈ ਹੁੰਦੀ ਆ, ਬੈਠਾ ਕਿਤੇ ਹੁੰਦਾ। ਔਰ ਤੀਜਾ ਇਹਨਾਂ ਨੇ ਜਿਹੜਾ ਹਦਾਇਤ ਸੀਗੀ ਲਾਇਸੈਂਸ ਦੀ ਜਿਹੜੀ ਕੈਟਾਗਰੀ ਆ, ਕਿ ਲਾਇਸੈਂਸ ਧਾਰਕ ਉਹੀ ਕੰਮ ਕਰ ਰਿਹਾ ਜਿਹੜਾ ਲਾਇਸੈਂਸ ਦੇ ਉੱਪਰ ਲਿਖਿਆ, ਕਿਉਂਕਿ ਲਾਇਸੈਂਸ ਦੇ ਉੱਪਰ ਵੀ ਕੈਟਾਗਰੀਆਂ ਹੁੰਦੀਆਂ। ਕਾਹਦਾ ਲਾਇਸੈਂਸ ਆ, ਇਮੀਗ੍ਰੇਸ਼ਨ ਦਾ, ਆਈਲੈਟਸ ਦਾ, ਠੀਕ ਹੈ, ਟਰੈਵਲ ਏਜੰਟ ਦਾ, ਕਾਹਦਾ ਤੁਹਾਡੇ ਕੋਲ ਹੈਗਾ, ਜਿਸ ਲਾਇਸੈਂਸ ਦੀ ਜਾਰੀ ਕੀਤਾ ਗਿਆ ਉਹ ਸਾਰੀ ਜਾਣਕਾਰੀ ਦਿਓ। ਚੌਥਾ ਪੁਆਇੰਟ ਹੈਗਾ ਲਾਇਸੈਂਸ ਦਾ ਜਿਹੜਾ ਪਤਾ ਬੜਾ ਜ਼ਰੂਰੀ ਆ। ਜੇ ਫਿਰੋਜ਼ਪੁਰ ਦੇ ਵਿੱਚ ਆ ਕੀ ਆ, ਜੀਰੇ ਖੋਲ੍ਹੀ ਬੈਠੇ ਆ, ਜੀਰੇ ਦਾ ਲਾਇਸੈਂਸ ਆ, ਤਲਵੰਡੀ ਖੋਲ੍ਹੀ ਬੈਠੇ ਆ, ਗੁਰੂ ਸਾਹਿਬ ਖੋਲ੍ਹੀ ਬੈਠੇ ਆ, ਇਸ ਤਰ੍ਹਾਂ ਲੋਕ ਕਰਦੇ। ਉਹਦਾ ਜਿਹੜਾ ਐਡਰੈਸ ਆ ਉਹ ਵੀ ਪੂਰਾ ਪ੍ਰੋਪਰ ਜਿਹੜਾ ਉਹ ਵੇਖਿਆ ਜਾਵੇ। ਔਰ ਪੰਜਵਾਂ ਪੁਆਇੰਟ ਹੈਗਾ ਇਹਦੇ 'ਚ ਇੱਕ, ਪਿਛਲੇ ਸਾਲ ਦੌਰਾਨ ਫਰਮ ਵੱਲੋਂ ਕੀਤੇ ਗਏ ਕੰਮ ਸੰਬੰਧੀ ਜਿਹੜੀ ਰਿਪੋਰਟ ਆ, ਕਿੰਨਾ ਉਹਨਾਂ ਨੇ ਕੰਮ ਕੀਤਾ ਉਸ ਫਰਮ ਨੇ, ਉਸ ਅਦਾਰੇ ਨੇ, ਉਹ ਸਾਰੀ ਡਿਟੇਲ ਆ। ਔਰ ਜਿਹੜੀ ਆਫਿਸ ਏਰੀਆ ਜਿਹੜਾ ਹੈਗਾ ਉਹਦੀ ਜਿਹੜੀ ਆ ਜਾਣਕਾਰੀ ਪ੍ਰੋਪਰ ਪੂਰੀ ਜਿਹੜੀ ਆ ਉਹ ਦਿੱਤੀ ਜਾਵੇ। ਇਹ ਜਿਹੜੀਆਂ ਹਦਾਇਤਾਂ ਨੇ ਇਹ ਸਰਕਾਰ ਦੀਆਂ, ਇਹਨਾਂ ਹਦਾਇਤਾਂ ਦੇ ਮੁਤਾਬਕ ਜਿਹੜੀ ਹੁਣ ਇਨਕੁਆਇਰੀ ਚੱਲ ਰਹੀ ਹੈ ਔਰ ਲਗਾਤਾਰ ਜਿਹੜੇ ਸ਼ਟਰ ਆ ਉਹਨਾਂ ਨੂੰ ਤਾਲੇ ਲਾਏ ਜਾ ਰਹੇ ਆ। ਪੰਜਾਬ ਸਰਕਾਰ ਸੀਐਮ ਭਗਵੰਤ ਮਾਨ ਕਿੰਨੇ ਕੁ ਇਸ ਚੀਜ਼ ਤੇ ਸਟਰੋਂਗ ਆ, ਕਿੰਨਾ ਕੁ ਸਕੰਜਾ ਟੈਟ ਆ ਉਹਨਾਂ ਦਾ? ਪੂਰਾ ਸਕੰਜਾ ਟੈਟ ਆ ਜੀ। ਮੈਂ ਕਹਿੰਦਾ ਕਿ ਆ ਜਿਹੜੇ ਇੱਥੇ ਆਪਣੇ ਤਰਨਤਾਰਨ ਦੇ ਵਿੱਚ ਜਿਵੇਂ ਸ਼ਟਰ ਲਾਏ ਆ, ਜਿਵੇਂ ਉਹਨਾਂ ਨੂੰ ਚੱਕ ਕੇ ਲਗਾਏ ਆ ਜਾਂ ਜਿਵੇਂ ਉਹਨਾਂ ਨੂੰ ਬੰਦ ਕੀਤਾ, ਹੁਣ ਸ਼ਰੇਆਮ ਖੋਲ੍ਹ ਕੇ ਬੈਠੇ ਸੀ ਵੱਡੇ ਬੋਰਡ ਲਾ ਕੇ। ਇਹ ਕਿਹਾ ਜਾ ਰਿਹਾ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਕਿ ਉਹਨਾਂ ਕੋਲ ਲਾਇਸੈਂਸ ਨਹੀਂ ਹੈਗੇ ਸੀ। ਜਿਨ੍ਹਾਂ ਕੋਲ ਲਾਇਸੈਂਸ ਨਹੀਂ ਉਹਨਾਂ ਨੂੰ ਬੰਦ ਕੀਤਾ ਗਿਆ, ਜਿਨ੍ਹਾਂ ਕੋਲ ਲਾਇਸੈਂਸ ਸੀ ਉਹ ਅੱਜ ਵੀ ਖੁੱਲ੍ਹੇ ਹੋਏ ਉੱਥੇ। ਪਰ ਅਸੀਂ ਵੀ ਕਹਿੰਦੇ ਹਾਂ, ਸਰਕਾਰ ਵੀ ਕਹਿੰਦੀ ਆ, ਅਗਰ ਕਾਨੂੰਨ ਬਣਿਆ ਕਿਸੇ ਚੀਜ਼ ਦਾ ਤਾਂ ਉਹ ਕਾਨੂੰਨ ਮੁਤਾਬਕ, ਹੁਣ ਜੇ ਕਿਸੇ ਸਕੂਲ 'ਚ ਜਾਣਾ ਐਡਮਿਸ਼ਨ ਤਾਂ ਲੈਣੀ ਪੈਣੀ ਆ, ਐਡਮਿਸ਼ਨ ਲੈ ਕੇ ਸਕੂਲ 'ਚ ਜਾ ਕੇ ਪੜ੍ਹਨ ਜਾਓਗੇ ਨਾ। ਇਹ ਥੋੜ੍ਹੀ ਆ ਵੀ ਸਕੂਲ 'ਚ ਸਿੱਧਾ ਗਏ ਤੇ ਜੀ ਐਂਟਰੀ ਕੀਤੀ ਤੇ ਪੜ੍ਹਨਾ ਸ਼ੁਰੂ ਕਰਤਾ। ਜੇ ਲਾਇਸੈਂਸ ਉਹਨਾਂ ਕੋਲੇ ਹੋਊਗਾ, ਹੁਣ ਡਰਾਈਵਰੀ ਲਾਇਸੈਂਸ ਹੋਵੇ ਤਾਂ ਫੇਰ ਹੀ ਆਪਾਂ ਗੱਡੀ ਚਲਾ ਸਕਦੇ ਨਾ, ਬਿਨਾਂ ਡਰਾਈਵਰੀ ਦੱਬੀ ਫਿਰੋ ਜਿੰਨਾ ਟਾਈਮ ਦੱਬਣਾ। ਪਰ ਜਿੱਦਣ ਕਾਬੂ ਆ ਗਏ ਉਦੋਂ ਫਿਰ ਚਲਾਨ ਛੱਡੋ, ਉਦੋਂ ਫਿਰ ਗੱਡੀ ਬਾਉਂਡ ਹੁੰਦੀ ਆ। ਐਵੇਂ ਇਹਨਾਂ ਦੇ ਦਫ਼ਤਰ ਬਾਉਂਡ ਹੋਇਆ, ਸੀਲ ਹੋਇਆ ਦਫ਼ਤਰ, ਔਰ ਸਰਕਾਰ ਲਗਾਤਾਰ ਕਰ ਰਹੀ ਹੈ। ਔਰ ਸਰਕਾਰ ਮੈਂ ਕਹਿੰਦਾ ਕਿ ਪੂਰੀ ਸਖਤ ਆ ਫਿਲਹਾਲ, ਪਰ ਸਰਕਾਰ ਇੱਕ ਵਾਰ ਜ਼ਰੂਰ ਉਹਨਾਂ ਦੇ ਜਿਹੜੇ ਘਰਾਂ 'ਚ ਬਹਿ ਕੇ ਵੀ ਚਲਾ ਰਿਹਾ ਉਹਨਾਂ ਨੂੰ ਵੀ ਜਿਹੜਾ ਹੈਗਾ ਲਗਾਤਾਰ ਜਿਹੜਾ ਫੜੇ। ਜਿੰਨੇ ਵੀ ਟਰੈਵਲ ਏਜੰਟਾਂ ਤੇ ਪੰਜਾਬ ਸਰਕਾਰ ਹੁਣ ਤੱਕ ਸਕੰਜਾ ਟੈਟ ਕਰ ਚੁੱਕੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕਰਦੇ ਹਾਂ ਪੰਜਾਬ ਸਰਕਾਰ ਇਸ ਤੋਂ ਵੀ ਵੱਧ ਸਕੰਜਾ ਟੈਟ ਕਰੇ। ਇਸ ਬਾਰੇ ਤੁਹਾਡੀ ਕੀ ਰਾਏ ਆ, ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ। ਧੰਨਵਾਦ।